संतां के कारज, आप खलोया संतां के कारज। हर कम करावण आया राम। वाहिगुरु जी का खालसा, श्री वाहिगुरु जी की फतेह। जह अभिगत भगत तह आप, जय पसरे पासार संत प्रताप। एक समय बाबा महाहरनाम सिंह जी ਆਪਣੇ ਸਾਈਂ ਰੰਗ ਰਤੇ ਸਦਾ ਵਾਂਗੂ ਆਸਣ ਉੱਤੇ ਵਿਰਾਜੇ ਹੋਏ ਸਨ। ਸਮੁੰਦਰ ਸਦਾ ਵਾਂਗ ਭਰਿਆ ਤੇ ਗੰਭੀਰ ਵੀ ਹੈ। ਜਿਸ ਤਰ੍ਹਾਂ ਸਮੁੰਦਰ ਵਿੱਚ ਉਛਾਲਾ ਆਉਣ ਸਮੇਂ ਹੋਰ ਵੀ ਗੰਭੀਰ ਹੋ ਜਾਂਦਾ ਹੈ। ਅਚਾਨਕ ਬਚਨ ਕੀਤਾ, ਕੋਈ ਹਾਜ਼ਰ ਹੈ। ਠੀਕ ਉਸੇ ਸਮੇਂ ਬੈਠੀ ਹੋਈ ਸੰਗਤ ਵਿੱਚੋਂ ਭਜਨ ਸਿੰਘ ਨਾਮ ਦਾ ਸੇਵਾਦਾਰ, ਜੋ ਬਾਬਾ ਜੀ ਦੇ ਹਜ਼ੂਰ ਬੈਠਾ ਸੀ, ਨੇ ਬੇਨਤੀ ਕੀਤੀ, ਹਜ਼ੂਰ ਭਜਨ ਸਿੰਘ ਹਾਜ਼ਰ ਹੈ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਹੋਰ ਕੌਣ ਕੌਣ ਹਾਜ਼ਰ ਹੈ, ਸਭ ਦੇ ਨਾਮ ਗਿਣੋ। ਭਜਨ ਸਿੰਘ ਨੇ ਹੁਕਮ ਅਨੁਸਾਰ ਨਾਮ ਲੈਣੇ ਸ਼ੁਰੂ ਕਰ ਦਿੱਤੇ। ਇੱਕ ਮਾਈ ਖੇਮੀ, ਜੰਡਾਂ ਵਾਲੀ, ਡਰੋਲੀ ਵਾਲੀ, ਬੀਬੀ ਜੈ ਕੌਰ, ਦਾਤਾਰ ਕੌਰ, ਥਾਣੇਦਾਰਨੀ, ਨੀਲਾ ਸਿੰਘ, ਭਾਈ ਕਪੂਰ ਸਿੰਘ ਰਹਿਰਾਸੀਆ, ਮੰਗਲ ਸਿੰਘ ਤੁੰਗ ਵਾਲੀ, ਇਤਨੇ ਹਾਜ਼ਰ ਹਨ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ। ਫਿਰ ਬਚਨ ਕੀਤਾ ਕਿ ਤੁਸੀਂ ਭਗਤਾਂ ਦੇ ਦਰਸ਼ਨ ਕਰਨੇ ਹਨ ਕਿ ਦੇਵਤਿਆਂ ਦੇ। ਭਜਨ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਸਭ ਦੇ ਕਰਾ ਦਿਓ। ਬਾਬਾ ਜੀ ਨੇ ਬਚਨ ਕੀਤਾ, ਸਭ ਦੇ ਨਹੀਂ ਹੋ ਸਕਦੇ, ਤੇਰੀ ਮਰਜ਼ੀ ਨਹੀਂ ਚੱਲਣੀ। ਉਪਰੰਤ ਭਜਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਭ ਦੇ ਹੀ ਕਰਾ ਦਿਓ, ਸਾਡੀ ਤਾਂ ਇਹੋ ਬੇਨਤੀ ਹੈ। ਬਾਬਾ ਜੀ ਨੇ ਹੁਕਮ ਕੀਤਾ, ਅੱਛਾ ਪਹਿਲਾਂ ਮੂਲ ਮੰਤਰ ਦਾ ਪਾਠ ਕਰੋ, ਫਿਰ ਭਗਤਾਂ ਦੀ ਬਾਣੀ ਵਿੱਚੋਂ ਸ਼ਬਦ ਜਾਂ ਸ਼ਲੋਕ ਪੜ੍ਹੋ। ਹੁਕਮ ਅਨੁਸਾਰ ਕਰਨ ਤੋਂ ਬਾਅਦ ਕੀ ਵੇਖਦੇ ਹਨ ਕਿ ਬਾਬਾ ਜੀ ਦੇ ਆਸਣ ਦੇ ਆਸੇ ਪਾਸੇ ਇੱਕ ਚਿੱਟੇ ਤੇ ਲਾਲ ਰੰਗ ਦੀ ਝਲਕ ਵਾਲਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਹੈ। ਉਪਰੰਤ ਬਾਬਾ ਜੀ ਦੇ ਸੱਜੇ ਪਾਸੇ ਅਣਗਿਣਤ ਹੀ ਅਸਚਰਜ ਰੂਪ ਵਾਲੇ ਬੈਠੇ ਹਨ। ਮਨਮੋਹਣੀ ਸੁਗੰਧੀ ਫੈਲ ਰਹੀ ਹੈ। ਅਨੇਕ ਰੰਗ ਬਹੁਤ ਰੰਗ, ਸਰਬ ਕੋ ਧਨੀ ਵਾਲਾ ਨਜ਼ਾਰਾ ਬਣ ਗਿਆ ਹੈ। ਹਜ਼ੂਰ ਨੇ ਬਚਨ ਕੀਤਾ, ਕਿਉਂ ਕੀ ਦਿਸ ਰਿਹਾ ਹੈ? ਤਾਂ ਜੋ ਕੁਝ ਦਿਸ ਰਿਹਾ ਸੀ ਸੇਵਕਾਂ ਨੇ ਬੇਨਤੀ ਕਰ ਦਿੱਤੀ। ਬਚਨ ਕੀਤਾ, ਸ਼ੁੱਧ ਹੈ। ਉਪਰੰਤ ਅੱਖ ਦੇ ਪਲਕਾਰੇ ਵਿੱਚ ਸਭ ਕੁਝ ਅਲੋਪ ਹੋ ਗਿਆ। ਫਿਰ ਬਚਨ ਕੀਤਾ, ਤੁਹਾਡੇ ਕੋਲੋਂ ਪਹਿਲੀ ਪੌੜੀ ਦਾ ਜਾਪ ਇਸ ਲਈ ਕਰਵਾਇਆ ਸੀ ਕਿ ਹੁਣ ਸਮਾਂ ਗੁਰੂ ਨਾਨਕ ਦਾ ਹੈ। ਆਸਣ ਨਿਸ਼ਾਨ ਵੀ ਗੁਰੂ ਨਾਨਕ ਹੀ ਹੈ। ਭਗਤਾਂ ਦੇ ਦਰਸ਼ਨ ਕਰਾਉਣ ਕਰਕੇ ਭਗਤਾਂ ਦੀ ਬਾਣੀ ਤੁਹਾਨੂੰ ਪੜ੍ਹਾਈ। ਦੇਵਤਿਆਂ ਦੇ ਤੇ ਭਗਤਾਂ ਦੇ ਦਰਸ਼ਨ ਹੋਏ। ਫਿਰ ਭਜਨ ਸਿੰਘ ਨੇ ਬੇਨਤੀ ਕੀਤੀ, ਫਿਰ ਮਹਾਰਾਜ ਦੇਵਤਿਆਂ ਦਾ ਪ੍ਰਕਾਸ਼ ਬੜਾ ਹੁੰਦਾ ਸੁਣਿਆ ਹੈ। ਤਾਂ ਬਚਨ ਕੀਤਾ, ਜੇ ਇਕੱਲੇ ਦੇਵਤੇ ਹੋਣ ਤਾਂ ਹੁੰਦਾ ਹੈ। ਇੱਥੇ ਸਾਡੇ ਸਾਹਮਣੇ ਨਾਨਕ ਦੀ ਕਿਰਪਾ ਹੈ। ਫਿਰ ਬਚਨ ਕੀਤਾ,
ਦੇਵਤਿਆਂ ਦਾ ਲਾਲ ਇਸ ਕਰਕੇ ਹੈ, ਉਥੇ ਮਾਇਆ ਹੁੰਦੀ ਹੈ। ਗੁਰਵਾਕ ਹੈ, ਮਾਇਆ ਅੰਤਰ ਭੀਨੇ ਦੇਵ। ਭਗਤਾਂ ਵਿੱਚ ਮਾਇਆ ਨਹੀਂ ਹੁੰਦੀ, ਭਗਤ ਮਾਇਆ ਤੋਂ ਰਹਿਤ ਹੁੰਦੇ ਹਨ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਮਿਲਿਆ। ਭਾਵੇ ਧੀਰਕ ਭਾਵੇ ਧੱਕੇ, ਏਕ ਵਡਾਈ ਦੇ। ਬਾਬਾ ਜੀ ਕਿਸੇ ਉੱਤੇ ਆਪ ਕਿਰਪਾ ਕਰਦੇ, ਕਿਸੇ ਉੱਤੇ ਕਿਸੇ ਸੇਵਾਦਾਰ ਦੇ ਰਾਹੀਂ। ਹਜੂਰ ਦਾ ਹਰ ਬਚਨ ਬੜਾ ਅਸਚਰਜਤਾ ਵਾਲਾ ਹੁੰਦਾ ਸੀ। ਕਿਸੇ ਸਮੇਂ ਇੱਕ ਮੁਸਲਮਾਨ ਫਕੀਰ ਬਾਬਾ ਜੀ ਪਾਸ ਆਉਂਦਾ ਅਤੇ ਬਾਬਾ ਜੀ ਦੇ ਆਸਣ ਤੋਂ ਦੂਰ ਕਰੀਰਾਂ ਵਿੱਚ ਖਲੋ ਕੇ ਉੱਚੀ ਉੱਚੀ ਆਵਾਜ਼ ਵਿੱਚ ਕੁਝ ਬੋਲਦਾ ਅਤੇ ਆਪੇ ਹੀ ਬੋਲ ਕੇ ਚਲਾ ਜਾਂਦਾ। ਕੁਝ ਦਿਨ ਤਾਂ ਕਿਸੇ ਨੇ ਕੋਈ ਧਿਆਨ ਨਾ ਦਿੱਤਾ। ਇਹ ਬੋਲਦਾ ਵੀ ਬਹੁਤਾ ਸਾਫ਼ ਨਹੀਂ ਸੀ। ਤੋਤਲੀ ਜਿਹੀ ਜ਼ਬਾਨ ਵਿੱਚ ਹੀ ਕੁਝ ਆਖਦਾ ਅਤੇ ਚਲਾ ਜਾਂਦਾ। ਇੱਕ ਦਿਨ ਦੋ ਸੇਵਾਦਾਰ ਨਗਰ ਵਿੱਚੋਂ ਆਏ ਅਤੇ ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਕੀ ਬੋਲਦਾ ਹੈ, ਇਸ ਨੂੰ ਹਟਾਈਏ। ਹਜ਼ੂਰ ਨੇ ਬਚਨ ਕੀਤਾ, ਸੁੱਧ ਹੈ, ਇਸ ਨੂੰ ਹਟਾ ਕੇ ਡਰਾ ਕੇ ਭਜਾ ਦਿਓ, ਪਰ ਮਾਰਨਾ ਨਹੀਂ। ਉਪਰੰਤ ਭਾਈ ਚੰਦਾ ਸਿੰਘ ਆਦਿ ਸੇਵਾਦਾਰਾਂ ਨੇ ਡਰਾਇਆ ਅਤੇ ਉਹ ਇਹਨਾਂ ਦੇ ਅੱਗੇ ਭੱਜ ਤੁਰਿਆ। ਅੱਗੇ ਖੇਤਾਂ ਵਿੱਚ ਉਸ ਸਮੇਂ ਡੁੰਮੇ ਹੁੰਦੇ ਸਨ, ਉਹਨਾਂ ਨਾਲ ਹੀ ਡਰਾ ਕੇ ਭਜਾ ਕੇ ਛੱਡ ਆਏ। ਮੁੜ ਬਾਬਾ ਜੀ ਕੋਲ ਆ ਬੇਨਤੀ ਕਰ ਦਿੱਤੀ, ਮਹਾਰਾਜ ਹੁਕਮ ਅਨੁਸਾਰ ਬਠਿੰਡੇ ਦੇ ਨੇੜੇ ਛੱਡ ਆਏ ਹਾਂ। ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ, ਉਹ ਆਪਣਾ ਕੰਮ ਕਰ ਗਿਆ, ਤੁਸੀਂ ਆਪਣਾ ਕੰਮ ਕਰ ਲਿਆ। ਉਪਰੰਤ ਇਸ ਵਿੱਚ ਕੀ ਭੇਦ ਸੀ, ਨਾ ਕਿਸੇ ਨੇ ਪੁੱਛਿਆ, ਨਾ ਬਾਬਾ ਜੀ ਨੇ ਕੋਈ ਬਚਨ ਕੀਤਾ। ਇਹ ਬਚਨ ਜੋਗਿੰਦਰ ਸਿੰਘ ਢਿੱਲੋਂ ਪਾਸੋਂ ਮਿਲਿਆ। ਸਿੱਧ ਸਾਧਕ ਗਿਆਨੀ ਧਿਆਨੀਆਂ, ਕੌਣ ਤੁਧਨੋਂ ਤੋਲੇ। ਭਾਈ ਰਤਨ ਸਿੰਘ ਡਰੋਲੀ ਹੋਰਾਂ ਨੇ ਦੱਸਿਆ ਕਿ ਅਸੀਂ ਇੱਕ ਵਾਰ ਸ੍ਰੀ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਸੇਵਾ ਕਰ ਰਹੇ ਸੀ। ਇੱਕ ਪੰਡਤ ਜਿਸ ਨੇ ਮੱਥੇ ਉੱਤੇ ਤਿਲਕ ਲਗਾਇਆ ਹੋਇਆ ਇੱਕ ਛੋਟੀ ਜਿਹੀ ਪੁਸਤਕ ਉਸ ਦੇ ਪਾਸ ਰੁਮਾਲ ਵਿੱਚ ਲਪੇਟੀ ਹੋਈ ਬਾਬਾ ਜੀ ਪਾਸ ਆ ਕੇ ਹਰ ਹਰ ਬੋਲ ਕੇ ਖੜਾ ਹੋ ਗਿਆ। ਹਜ਼ੂਰ ਨੇ ਬਚਨ ਕੀਤਾ, ਪੰਡਤ ਜੀ ਬੈਠੋ। ਫਿਰ ਬਚਨ ਕੀਤਾ, ਦਰਸ਼ਨ ਹੈ ਕਿ ਪ੍ਰਸ਼ਨ। ਉਸਨੇ ਕਿਹਾ, ਮੇਰੇ ਪ੍ਰਸ਼ਨ ਦਾ ਜਵਾਬ ਤੁਸੀਂ ਦੇਵੋਗੇ। ਇਤਨਾ ਕੁਝ ਕਹਿ ਕੇ ਪੰਡਤ ਬੈਠ ਗਿਆ ਅਤੇ ਹੱਥ ਵਾਲੀ ਪੁਸਤਕ ਦਾ ਰੁਮਾਲ ਖੋਲ੍ਹਣ ਲੱਗ ਪਿਆ। ਫਿਰ ਅਜੇ ਪੁਸਤਕ ਉਸਨੇ ਖੋਲ੍ਹ ਕੇ ਪੜ੍ਹਨੀ ਆਰੰਭ ਨਹੀਂ ਸੀ ਕੀਤੀ ਕਿ ਬਾਬਾ ਜੀ ਉਸ ਸਮੇਂ ਲੇਟੇ ਹੋਏ ਸਨ। ਫਿਰ ਹਜ਼ੂਰ ਉੱਠ ਕੇ ਬੈਠ ਗਏ। ਆਪਣੇ ਮੰਜੇ ਦੇ ਚਰਨਾਂ ਵਾਲੇ ਪਾਸੇ ਤੋਂ ਕੱਪੜਾ ਚੁੱਕਿਆ, ਹੇਠੋਂ ਕਾਗਜ਼ ਕੱਢ ਕੇ ਉਸ ਪੰਡਤ ਵੱਲ ਸੁੱਟੇ ਤੇ ਬਚਨ ਕੀਤੇ, ਲਓ ਪੰਡਤ ਜੀ, ਤੁਸੀਂ ਪੜ੍ਹਨ ਦੀ ਔਖਿਆਈ ਨਾ ਕਰੋ ਤੇ ਪਹਿਲਾਂ ਆਪਣੇ ਪ੍ਰਸ਼ਨ ਦਾ ਉੱਤਰ ਪੜ੍ਹ ਲਓ। ਪੰਡਤ ਨੇ ਕਾਗਜ਼ ਫੜ ਲਿਆ। ਪੜ੍ਹਨ ਤੋਂ ਪਹਿਲਾਂ ਲਿਖਤ ਦੇਖਣ ਸਾਰ ਹੀ ਬੋਲ ਪਿਆ ਕਿ ਇਹੋ ਜਿਹੀ ਲਿਖਤ ਤਾਂ ਮੇਰੇ ਵਿਦਿਆ ਗੁਰੂ ਦੀ ਹੁੰਦੀ ਸੀ। ਉਸ ਤੋਂ ਬਾਅਦ ਮੈਂ ਇੱਥੇ ਵੇਖੀ ਹੈ। ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਪੰਡਤ ਜੀ
ਤੇਰੇ ਆਉਣ ਤੋਂ ਕੁਝ ਚਿਰ ਪਹਿਲਾਂ ਤੇਰਾ ਗੁਰੂ ਵੀ ਇੱਥੇ ਆ ਕੇ ਗਿਆ ਹੈ। ਹੈਰਾਨ ਹੋ ਕੇ ਉਸਨੇ ਕਿਹਾ, ਜੀ ਮੇਰੇ ਵਿਦਿਆ ਗੁਰੂ ਨੂੰ ਤਾਂ ਸਵਰਗਵਾਸ ਹੋਏ ਨੂੰ 70 ਸਾਲ ਹੋ ਗਏ ਹਨ, ਇੱਥੇ ਕਿਵੇਂ ਆ ਗਿਆ? ਹਜੂਰ ਨੇ ਬਚਨ ਕੀਤਾ, ਇੱਥੇ ਆਪਣਾ ਦੁੱਖ ਹਟਾਉਣ ਆਇਆ ਸੀ। ਉਸਨੇ ਪੁੱਛਿਆ, ਜੀ ਕਿਹੜਾ ਦੁੱਖ? ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਆਪਣੇ ਸੱਜੇ ਹੱਥ ਦਾ ਦੁੱਖ। ਉਪਰੰਤ ਬਚਨ ਕੀਤਾ, ਬਾਲਿਆ ਆਪਣੇ ਚੁੱਲ੍ਹੇ ਦੇ ਮਗਰ ਕਰੀਰ ਉੱਤੇ ਇੱਕ ਲੀਰ ਬੰਨੀ ਹੈ, ਲਿਆ। ਸੰਤ ਨਰੈਣ ਸਿੰਘ ਜੀ ਹੁਕਮ ਅਨੁਸਾਰ ਟਿੱਲੇ ਦੇ ਪਿੱਛੇ ਗਏ ਤੇ ਇੱਕ ਮੈਲੀ ਜਿਹੀ ਲੀਰ ਲੈ ਆਏ। ਫਿਰ ਪੰਡਤ ਨੇ ਵੀ ਵੇਖੀ ਤੇ ਸਿਰ ਨਵਾ ਕੇ ਬੋਲਿਆ, ਮਹਾਰਾਜ ਸਤ ਹੈ, ਸਤ ਹੈ। ਉਪਰੰਤ ਹਜੂਰ ਨੇ ਬਚਨ ਕੀਤਾ, ਤੇਰਾ ਗੁਰੂ ਇੱਕ ਕਿਸੇ ਸੰਤ ਨਾਲ ਚਰਚਾ ਕਰ ਰਿਹਾ ਸੀ। ਤੇਰੇ ਗੁਰੂ ਨੇ ਸੱਜੇ ਹੱਥ ਨਾਲ ਸੰਤਾਂ ਦੇ ਧੱਫਾ ਮਾਰ ਦਿੱਤਾ। ਉਹਨਾਂ ਨੇ ਬਚਨ ਕੀਤਾ, ਤੇਰਾ ਹੱਥ ਫਿੱਟ ਜਾਵੇ। ਉਹ ਮਹਾਂਪੁਰਖ ਸੀ। ਇਹ ਬਚਨ ਸੱਤ ਹੋ ਗਿਆ। ਉਸ ਦਾ ਹੱਥ ਗਲ ਗਿਆ, ਇਸੇ ਤਰ੍ਹਾਂ ਮਰ ਗਿਆ। ਹੁਣ ਉਹ ਰਾਜੀ ਹੋ ਕੇ ਗਿਆ ਹੈ। ਉਪਰੰਤ ਪੰਡਤ ਨੇ ਚਰਨਾਂ ਨੂੰ ਹੱਥ ਲਾਉਣ ਦੀ ਆਗਿਆ ਮੰਗੀ। ਹਜੂਰ ਨੇ ਬਚਨ ਕੀਤਾ, ਨਹੀਂ, ਤੂੰ ਜਗਤ ਗੁਰੂ ਹੈ, ਤੈਨੂੰ ਹੁਕਮ ਨਹੀਂ, ਪਰ ਤੂੰ ਕੁਝ ਮੰਗ ਲੈ। ਉਸਨੇ ਝੋਲੀ ਅੱਡ ਕੇ ਕਿਹਾ, ਜੀ ਜੋ ਦੇਣਾ ਹੈ ਦੇ ਦਿਓ। ਤਾਂ ਬਚਨ ਕੀਤਾ, ਸ਼ੁੱਧ ਹੈ, ਤੂੰ ਵਿਸ਼ਨੂੰ ਭਗਵਾਨ ਦਾ ਉਪਾਸ਼ਕ ਹੈ ਤੇ ਉਹਨਾਂ ਦੀ ਉਪਾਸਨਾ ਕਰਿਆ ਕਰ। ਮੰਗ ਕੇ ਖਾਣਾ ਤੇ ਚਰਚਾ ਕਰਨੀ ਛੱਡ ਦੇ। ਉਪਰੰਤ ਉਸਨੇ ਸਿਰ ਨਵਾ ਕੇ ਸਤ ਬਚਨ ਕੀਤਾ ਤੇ ਚਲਾ ਗਿਆ। ਇਹ ਪ੍ਰਸੰਗ ਪਿਤਾ ਜੀ ਪਾਸੋਂ ਮਿਲਿਆ। ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਇੱਕ ਤਾਂ ਹੁੰਦੀ ਹੈ ਸਮੱਤ, ਦੂਜੀ ਹੁੰਦੀ ਹੈ ਸਹਾਇਤਾ। ਲੇਖਕ ਦੀ ਸਮਝ ਅਨੁਸਾਰ ਦੋਨੋਂ ਵੇਖਣ ਨੂੰ ਅੱਡ ਅੱਡ ਹਨ, ਪਰ ਵਿੱਚੋਂ ਇੱਕ ਗੱਲ ਹੈ। ਇੱਕ ਸਮੇਂ ਦਾ ਜ਼ਿਕਰ ਹੈ। ਭਾਈ ਰਤਨ ਸਿੰਘ ਜੀ ਡਰੌਲੀ ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਨੂੰ ਪੱਖੇ ਦੀ ਸੇਵਾ ਕਰ ਰਹੇ ਸਨ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਤੁਹਾਡਾ ਦੋਵਾਂ ਜੀਆਂ ਦਾ ਸੇਵਾ ਕਰਨ ਤੋਂ ਬਿਨਾਂ ਨਿਤਨੇਮ ਕਿੰਨਾ ਕੁ ਹੈ। ਤਾਂ ਅੱਗੋਂ ਬੇਨਤੀ ਕੀਤੀ, ਮਹਾਰਾਜ ਅਸੀਂ ਦੋਵੇਂ ਜਪਜੀ ਸਾਹਿਬ ਦੇ 35 ਪਾਠ ਕਰਦੇ ਹਾਂ। ਅੱਗੋਂ ਬਚਨ ਕੀਤਾ, ਇਹ ਤਾਂ ਜਮਾਂ ਹੀ ਥੋੜ੍ਹੇ ਹਨ। ਪੂਰੇ ਕਰਨ ਪਿੱਛੋਂ ਸਾਰਾ ਦਿਨ ਵਿਹਲੇ ਕੀ ਕਰਦੇ ਹੋ? ਕੁਝ ਦੇਰ ਚੁੱਪ ਰਹਿਣ ਪਿੱਛੋਂ ਬਚਨ ਕੀਤਾ, ਤਕੜੇ ਹੋ ਕੇ ਚੱਕੀ ਝੋਇਆ ਕਰੋ, ਭਾਵ ਕਿ ਨਿਤਨੇਮ ਵਧਾਓ। ਫਿਰ ਬਚਨ ਕੀਤਾ, ਤੂੰ ਹੁਣ ਪੱਖਾ ਕਰ ਤੇ ਨਾਲ ਨਾਲ ਪਾਠ ਸੁਣਾ ਤੇ ਤੇਰੇ ਨਾਲ ਤੇਰੇ ਘਰੋਂ ਦੇਵੀ ਵੀ ਕਰੇ। ਹੁਕਮ ਅਨੁਸਾਰ ਇਵੇਂ ਹੀ ਕੀਤਾ। ਇੱਕ ਪਾਠ ਪੂਰਾ ਕਰਨ ਪਿੱਛੋਂ ਹੁਕਮ ਕੀਤਾ, ਸ਼ੁੱਧ ਹੈ, ਤਕੜੇ ਹੋ ਕੇ ਨਿਤਨੇਮ ਕਰੋ। ਇਸ ਤੋਂ ਬਾਅਦ ਜੋ ਕੁਝ ਅਨੁਭਵ ਕੀਤਾ ਦੱਸਿਆ ਹੈ, ਪਰ ਕਹਿਣ ਕਥਨ ਤੋਂ ਬਾਹਰ ਗੁਰਵਾਕ ਹੈ। ਜੋ ਪੇਖੇ ਤਿਸ ਬਣ ਆਵੈ। ਇਸ ਤੋਂ ਉਪਰੰਤ ਸੇਵਾ ਤੇ ਸਿਮਰਨ ਸੰਗੀ ਸਾਥੀ ਬਣ ਗਏ। ਕਈ ਵਾਰ ਕਿਤੇ ਨਿਤਨੇਮ ਕਰਨ ਸਮੇਂ
ਕੋਈ ਕਮੀ ਆਉਣੀ ਤਾਂ ਉਸ ਸਮੇਂ ਸਾਵਧਾਨ ਕਰ ਦੇਣਾ, ਤਾਂ ਗਿਣਤੀ ਰੋਜ਼ਾਨਾ ਨਿਯਮ ਅਨੁਸਾਰ ਘਟਣ ਨਹੀਂ ਦੇਣੀ। ਤਾਂ ਬਾਬਾ ਜੀ ਦੀ ਕਿਰਪਾ ਨਾਲ 70 ਪਾਠ ਰੋਜ਼ਾਨਾ ਜਪਜੀ ਸਾਹਿਬ ਦੇ ਕਰਦੇ ਸਨ। ਇੱਕ ਵਾਰ ਇੱਥੇ ਸੰਤਾਂ ਦਾ ਅਖਾੜਾ ਆ ਗਿਆ। ਹੁਕਮ ਅਨੁਸਾਰ ਟਿੱਲੇ ਦੇ ਪਿੱਛੇ ਪਾਸੇ ਉਤਾਰਾ ਹੋ ਗਿਆ। ਉਹਨਾਂ ਪਾਸ ਹਾਥੀ ਸਨ। ਪਿੱਪਲਾਂ ਦੇ ਹੇਠ ਹੁਕਮ ਨਾਲ ਬੰਨ੍ਹ ਦਿੱਤੇ ਗਏ। ਪਿੰਡ ਵਿੱਚੋਂ ਵਾਰੀ-ਵਾਰੀ ਨਿਉਂਦਾ ਆਉਣਾ ਆਰੰਭ ਹੋ ਗਿਆ। ਫਿਰ 1-2 ਦਿਨ ਉਪਰੰਤ ਉਹਨਾਂ ਨੇ ਆਗਿਆ ਮੰਗੀ। ਬਾਬਾ ਜੀ ਨੇ ਬਚਨ ਕੀਤਾ, ਅਜੇ ਤਾਂ ਸਾਡੀ ਮਰਿਆਦਾ ਹੀ ਨਹੀਂ ਹੋਈ, ਪੂਰੀ ਕਰਕੇ ਤੋਰਾਂਗੇ। ਕਈ ਵਾਰ ਉਹਨਾਂ ਨੇ ਆਗਿਆ ਮੰਗੀ, ਹਰ ਵਾਰ ਇਹੋ ਹੀ ਬਚਨ ਕਰਦੇ ਰਹੇ। ਅੰਤ ਨੂੰ ਜਾਣ ਦੀ ਤਿਆਰੀ ਕਰਕੇ ਆਗਿਆ ਲੈਣ ਆਉਣ ਦੀ ਤਿਆਰੀ ਵਿੱਚ ਸਨ। ਉਹਨਾਂ ਦਾ ਇੱਕ ਹਾਥੀ ਖੁੱਲ੍ਹ ਕੇ ਅਚਾਨਕ ਹੀ ਕਿਤੇ ਭੱਜ ਗਿਆ। ਰੌਲਾ ਸੁਣ ਕੇ ਬਾਬਾ ਜੀ ਨੇ ਸੇਵਾਦਾਰ ਭੇਜਿਆ ਕਿ ਜਰਾ ਪਤਾ ਕਰੋ ਰੌਲਾ ਕਿਸ ਗੱਲ ਦਾ ਹੈ। ਸੇਵਾਦਾਰ ਨੇ ਪਤਾ ਕਰਕੇ ਬੇਨਤੀ ਕੀਤੀ, ਜੀ ਉਹਨਾਂ ਦਾ ਹਾਥੀ ਕਿਤੇ ਖੁੱਲ੍ਹ ਗਿਆ ਹੈ, ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਚਲਾ ਗਿਆ ਹੈ। ਹਜੂਰ ਨੇ ਬਚਨ ਕੀਤਾ, ਸ਼ੁੱਧ ਹੈ। ਇਹ ਸੰਤ ਵੀ ਜਾਣ ਦੀ ਕਾਹਲੀ ਵਿੱਚ ਸਨ। ਹਾਥੀ ਕਿਤੇ ਨਹੀਂ ਗਿਆ, ਆਪੇ ਆ ਜਾਏਗਾ। ਉਪਰੰਤ ਉਹ ਬੜੇ ਨਿਰਾਸ਼ ਹੋਏ। ਹੁਕਮ ਅਨੁਸਾਰ ਸ਼ਾਮ ਨੂੰ ਹਾਥੀ ਵਾਪਸ ਆ ਗਿਆ। ਲਗਾਤਾਰ ਕਈ ਦਿਨ ਇਸੇ ਤਰ੍ਹਾਂ ਹੋਇਆ। ਫਿਰ ਉਹਨਾਂ ਨੇ ਆਗਿਆ ਮੰਗਣੀ ਛੱਡ ਦਿੱਤੀ। ਕੁਝ ਸਮੇਂ ਬਾਅਦ ਆਪ ਹੀ ਛੁੱਟੀ ਦੇ ਦਿੱਤੀ। ਇਸ ਤਰ੍ਹਾਂ ਕਈ ਮੱਤਾਂ ਦੇ ਸਾਧੂ ਵਾਰ-ਵਾਰ ਆਏ, ਅਖੀਰ ਨੂੰ ਆਉਣਾ ਛੱਡ ਦਿੱਤਾ। ਸਰਬ ਕਲਾ ਭਰਪੂਰ ਦਿਸੇ ਜਤ ਕਤਾ। ਇੱਕ ਸਮੇਂ ਇੱਕ ਪੰਡਤ ਬਾਬਾ ਜੀ ਦੇ ਦਰਸ਼ਨ ਕਰਨ ਆਇਆ। ਬਾਬਾ ਜੀ ਨੇ ਆਪਣੀ ਮਰਿਆਦਾ ਅਨੁਸਾਰ ਜਿਵੇਂ ਸਭ ਦੇ ਨਾਮ ਗੋਤ ਨਾਨਕੇ ਦਾਦਕੇ ਪੁੱਛਦੇ ਸਨ ਅਤੇ ਇਸ ਪੰਡਤ ਨੂੰ ਵੀ ਪੁੱਛਣ ਲੱਗੇ। ਪਰੰਤੂ ਇਹ ਪੰਡਤ ਕਹਿਣ ਲੱਗਾ, ਇਹਨਾਂ ਦੀ ਕੀ ਲੋੜ ਹੈ। ਬਾਬਾ ਜੀ ਹੱਸ ਕੇ ਉਸ ਦੇ ਪਿਤਾ ਦਾ ਨਾਮ ਤੇ ਮਾਤਾ ਦਾ ਨਾਮ ਲੈ ਕੇ ਬੋਲੇ, ਦੱਸ ਦੇ ਹੁਣ ਤਾਂ ਮੌਕਾ ਹੈ। ਖੈਰ ਪਰ ਉਸ ਨੇ ਨਾਂ ਲਿਖਾਏ। ਇਤਨੇ ਚਿਰ ਲੰਗਰ ਪੱਕ ਕੇ ਆ ਗਿਆ। ਫਿਰ ਲੰਗਰ ਦੀ ਮਰਿਆਦਾ ਹੁਕਮ ਅਨੁਸਾਰ ਹੋਣ ਲੱਗ ਪਈ। ਇਹ ਲੰਗਰ ਦੀ ਮਰਿਆਦਾ ਇਸ ਤਰ੍ਹਾਂ ਹੁੰਦੀ ਕਿ 2-2 ਪ੍ਰਸ਼ਾਦੇ। ਜਿਤਨੀ ਦੇਰ ਹਜੂਰ ਸੁੱਧ ਹੈ ਬਚਨ ਨਾ ਕਰਦੇ, ਇਹ ਗਿਣਤੀ ਵਾਰ-ਵਾਰ ਹੁੰਦੀ ਰਹਿੰਦੀ। ਫਿਰ ਦਾਲ ਦੀ ਕੜਛੀ ਭਰ ਦਾਲ ਦੇ ਵਿੱਚ ਹੀ ਪਾਉਂਦੇ ਰਹਿੰਦੇ। ਉਪਰੰਤ ਬਾਬਾ ਜੀ ਸ਼ੁੱਧ ਹੈ ਦਾ ਬਚਨ ਕਰਦੇ। ਫਿਰ ਲੰਗਰ ਵਿੱਚ ਪੰਗਤ ਲੱਗ ਕੇ ਲੰਗਰ ਵਰਤਦਾ। ਜਿਤਨੇ ਪ੍ਰਸ਼ਾਦੇ ਖਾਣੇ ਹੁੰਦੇ ਉਤਨੇ ਇੱਕ ਵਾਰ ਹੀ ਮਿਲ ਜਾਂਦੇ ਸਨ। ਫਿਰ ਨਹੀਂ, ਝੂਠਾ ਪ੍ਰਸ਼ਾਦਾ ਨਹੀਂ ਛੱਡਣਾ, ਨਾ ਕਿਸੇ ਜਾਨਵਰ ਨੂੰ ਪਾਉਣਾ। ਭਾਂਡੇ ਮਾਂਜਣ ਤੋਂ ਪਹਿਲਾਂ ਧੋਣੇ, ਫਿਰ ਸੁੱਕ ਮਾਂਜ ਕਰਕੇ ਹੀ ਲੰਗਰ ਵਿੱਚ ਰੱਖਣੇ। ਕਿਸੇ ਨੇ ਵੀ ਝੂਠਾ ਬਰਤਨ ਨਹੀਂ ਮਾਂਜਣਾ। ਇਸ ਤਰ੍ਹਾਂ ਕਰਕੇ ਮਰਿਆਦਾ ਸਾਦੀ ਤੇ ਵਿਲੱਖਣ ਸੀ। ਉਸ ਪੰਡਤ ਨੂੰ ਵੀ ਹੁਕਮ ਹੋਇਆ, ਜਾਓ ਲੰਗਰ ਵਿੱਚ ਅੰਨ ਪਾਨ ਕਰੋ। ਹੁਕਮ ਅਨੁਸਾਰ
ਪੰਡਤ ਜੀ ਲੰਗਰ ਵਿੱਚ ਆਏ, ਪੰਗਤ ਵਿੱਚ ਬੈਠ ਗਏ। ਪਰੰਤੂ ਜਿਸ ਵਕਤ ਪੰਡਤ ਜੀ ਨੇ ਪ੍ਰਸ਼ਾਦੇ ਅੰਨ ਚੋਪੜੇ ਤੇ ਦਾਲ ਮੂੰਗੀ ਦੀ ਧੋਤੀ ਬਿਨਾਂ ਮਿਰਚ ਮਸਾਲੇ ਹਲਦੀ ਤੋਂ ਵੇਖੀ, ਮਨ ਵਿੱਚ ਕੁਝ ਘਿਰਣਾ ਹੋਈ। ਸੰਗਦੇ ਹੋਏ ਥੋੜ੍ਹੀ ਦਾਲ ਤੇ ਇੱਕ ਫੁਲਕਾ ਲਿਆ। ਜਿਸ ਵਕਤ ਛਕਣਾ ਆਰੰਭ ਕੀਤਾ, ਆਨੰਦ ਐਸਾ ਆਇਆ ਕਿ ਕਈ ਵਾਰ ਮੰਗ ਕੇ ਦਾਲ ਪ੍ਰਸ਼ਾਦਾ ਛਕਿਆ। ਉਸ ਸਮੇਂ ਪੰਡਤ ਜੀ ਦੇ ਚਿਹਰੇ ਤੋਂ ਹੀ ਆਨੰਦ ਝਲਕ ਰਿਹਾ ਸੀ। ਭੂਖੇ ਖਾਵਤ ਲਾਜ ਨ ਆਵੇ, ਭੂਖੇ ਸਾਦੇ ਗੰਢ। ਅਸਚਰਜ ਸਵਾਦ ਆਇਆ, ਰੱਜ ਕੇ ਲੰਗਰ ਛਕਿਆ। ਉਪਰੰਤ ਹੱਥ ਸੁੱਚੇ ਕਰਕੇ ਹਜੂਰ ਦੇ ਚਰਨਾਂ ਵਿੱਚ ਆ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਮਹਾਰਾਜ ਮੈਥੋਂ ਭੁੱਲ ਹੋ ਗਈ। ਹੁਣ ਮੇਰੇ ਸਭ ਅੰਗ ਸਾਕਾਂ ਦੇ ਨਾਮ ਜੋ ਲਿਖਣਾ ਚਾਹੋ ਲਿਖਾ ਲਵੋ। ਬਾਬਾ ਜੀ ਨੇ ਬਚਨ ਕੀਤਾ, ਪੰਡਤ ਜੀ ਤੁਸੀਂ ਤਾਂ ਸਾਦਾ ਅੰਨ ਪਾਣੀ ਵੇਖ ਕੇ ਹੋਰ ਸੋਚਿਆ ਸੀ, ਫਿਰ ਮੰਗ ਕੇ ਸਭ ਕੁਝ ਛਕਿਆ। ਪੰਡਤ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਤੁਹਾਡੀਆਂ ਤੁਸੀਂ ਜਾਣੋ, ਮੈਂ ਤਾਂ ਕੁਝ ਹੋਰ ਹੀ ਸੋਚਿਆ ਸੀ, ਪਰ ਇੱਥੇ ਤਾਂ ਸਭ ਕੁਝ ਹੋਰ ਹੈ। ਸੁਣੀਐ ਅਵਰ ਅਵਰ ਬਿਦ ਬੂਝੀਐ, ਬਕਨ ਕਥਨ ਰਹਿਤ। ਕੁਝ ਐਸੇ ਬਚਨ ਅਸਚਰਜਤਾ ਵਿੱਚ ਪੰਡਤ ਨੇ ਆਖੇ। ਉਪਰੰਤ ਪੰਡਤ ਨੇ ਸਭ ਦੇ ਨਾਮ ਲਿਖਾਏ। ਫਿਰ ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਕਿਸ ਦੀ ਉਪਾਸਨਾ ਕਰਦੇ ਹੋ? ਉੱਤਰ ਵਿੱਚ ਪੰਡਤ ਜੀ ਨੇ ਦੱਸਿਆ, ਜੀ ਭਗਵਾਨ ਨਰਸਿੰਘ ਜੀ ਦੀ। ਫਿਰ ਪੁੱਛਿਆ, ਕਦੇ ਦਰਸ਼ਨ ਵੀ ਹੋਏ ਹਨ? ਪੰਡਤ ਜੀ ਨੇ ਕਿਹਾ, ਜੀ ਹੋ ਗਏ ਹਨ। ਬਾਬਾ ਜੀ ਨੇ ਪੁੱਛਿਆ, ਸਮਾਧੀ ਵਿੱਚ ਜਾਂ ਸੁਪਨੇ ਵਿੱਚ? ਪੰਡਤ ਨੇ ਬੇਨਤੀ ਕੀਤੀ, ਜੀ ਸੁਪਨੇ ਵਿੱਚ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਅੱਛਾ ਅੱਜ ਰਾਤ ਇੱਥੇ ਰਹੋ, ਤੁਹਾਨੂੰ ਪ੍ਰਤੱਖ ਦਰਸ਼ਨ ਹੋ ਜਾਣਗੇ। ਫਿਰ ਬਚਨ ਕੀਤਾ, ਨਰਸਿੰਘ ਦੀ ਉਪਾਸਨਾ ਭਗਤੀ ਅਸੀਂ ਵੀ ਕੀਤੀ ਹੈ, ਜੇ ਪ੍ਰਤੱਖ ਹੋ ਜਾਣ ਪੁੱਛ ਕੇ ਸਾਨੂੰ ਦੱਸਣਾ ਕਿ ਸਾਡੇ ਉੱਤੇ ਖੁਸ਼ ਹੈ ਕਿ ਨਹੀਂ। ਉਪਰੰਤ ਪੰਡਤ ਜੀ ਰਾਤ ਨੂੰ ਡੇਰੇ ਵਿੱਚ ਹੀ ਰਹੇ। ਅਗਲੇ ਦਿਨ ਬਾਬਾ ਜੀ ਨੇ ਪੰਡਤ ਜੀ ਨੂੰ ਸੱਦ ਕੇ ਪੁੱਛਿਆ, ਦੱਸੋ ਪੰਡਤ ਜੀ, ਰਾਤ ਨੂੰ ਨਰਸਿੰਘ ਜੀ ਨੇ ਕੀ ਬਚਨ ਕੀਤਾ? ਪੰਡਤ ਜੀ ਬਾਬਾ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਬੋਲੇ, ਮਹਾਰਾਜ ਮੈਨੂੰ ਆਪ ਜੀ ਹੁਣ ਨਰਸਿੰਘ ਭਗਵਾਨ ਦੇ ਰੂਪ ਵਿੱਚ ਦਿਸ ਰਹੇ ਹੋ। ਰਾਤ ਵੀ ਤੁਸੀਂ ਹੀ ਸੀ, ਮੈਂ ਕਿਸ ਨੂੰ ਦੱਸਾਂ? ਹਜੂਰ ਨੇ ਬਚਨ ਕੀਤਾ, ਸ਼ੁੱਧ ਹੈ, ਸ਼ੁੱਧ ਹੈ, ਸ਼ੁੱਧ ਹੈ। ਉਪਰੰਤ ਉਸ ਪੰਡਤ ਨੂੰ ਮਾਣ ਸਤਿਕਾਰ ਨਾਲ ਵਿਦਾ ਕੀਤਾ। ਇਸ ਤੋਂ ਉਪਰੰਤ ਵੀ ਦਰਸ਼ਨ ਕਰਨ ਆਉਂਦਾ ਰਿਹਾ। ਇਹ ਬਚਨ ਮਾਤਾ ਪਿਤਾ ਪਾਸੋਂ ਸੁਣਿਆ। ਸਰਦਾਰ ਬਲਬੀਰ ਸਿੰਘ ਜੀ ਕਾਨਿਆਵਾਲੀ ਵਾਲਿਆਂ ਪਾਸੋਂ ਕੁਝ ਫਰਕ ਨਾਲ ਸੁਣਿਆ। ਕੋਇ ਨ ਕਿਸ ਹੀ ਵਸ, ਸਭਨਾ ਇੱਕ ਧਰ, ਪਾਲੇ ਬਾਲਕ ਬਾਗ ਦੇ, ਕਹਿ ਆਪ ਕਰ। ਭਗਤ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਅਲੱਗ ਰਹਿੰਦੇ ਹਨ। ਸੰਸਾਰੀ ਬੰਦੇ ਉਹਨਾਂ ਦੀ ਆਤਮਿਕ ਅਵਸਥਾ ਤੋਂ
ਬੇਖਬਰ ਹੁੰਦੇ ਹੋਏ ਉਹਨਾਂ ਦੀ ਸੇਵਾ ਸੰਭਾਲ ਨਹੀਂ ਕਰਦੇ, ਪਰੰਤੂ ਪਰਮੇਸ਼ਰ ਤਾਂ ਸਾਰੇ ਸੰਸਾਰ ਦੀ ਸੰਭਾਲ ਕਰਦਾ ਹੈ। ਪਰੰਤੂ ਭਗਤ ਜਨਾਂ ਦੀ ਦੇਖ ਰੇਖ ਹਰ ਸਮੇਂ ਤੇ ਹਰ ਥਾਂ ਕਰਦਾ ਹੈ। ਤੇਰੇ ਭਗਤ ਭਗਤਨ ਕਾ ਆਪ ਗੁਰ ਫਰਮਾਨ ਹੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੇ। ਇੱਕ ਵਾਰ ਬਾਬਾ ਜੀ ਦੇ ਸਮੇਂ ਲੰਗਰ ਤਿਆਰ ਹੋ ਕੇ ਆਇਆ। ਲੰਗਰ ਦੀ ਸਾਰੀ ਮਰਿਆਦਾ ਤੋਂ ਉਪਰੰਤ ਲੰਗਰ ਵਰਤਨ ਸਮੇਂ ਹਜੂਰ ਨੇ ਹੁਕਮ ਕੀਤਾ, ਬਾਲਿਆ ਲੰਗਰ ਵਿੱਚੋਂ 2 ਪ੍ਰਸ਼ਾਦੇ ਤੇ ਥੋੜ੍ਹੀ ਜਿਹੀ ਦਾਲ ਪਵਾ ਕੇ ਲੈ ਆ। ਸੰਤ ਨਰੈਣ ਸਿੰਘ ਜੀ ਹੁਕਮ ਅਨੁਸਾਰ ਲੈ ਆਏ। ਫਿਰ ਹੁਕਮ ਕੀਤਾ ਕਿ ਪੂਣੇ ਵਿੱਚ ਲਪੇਟ ਕੇ ਟਿੱਲੇ ਉੱਤੇ ਰੱਖ ਦਿਓ। ਸੰਤ ਨਰੈਣ ਸਿੰਘ ਜੀ ਨੇ ਇਸੇ ਤਰ੍ਹਾਂ ਹੀ ਕੀਤਾ। ਲਗਾਤਾਰ 3 ਦਿਨ 2 ਵੇਲੇ ਇਸ ਤਰ੍ਹਾਂ ਹੀ ਕਰਦੇ ਰਹੇ। ਇੱਕ ਦਿਨ ਭਜਨ ਸਿੰਘ ਮਹਿਰੇ ਸਿੱਖ ਨੇ ਪੁੱਛ ਲਿਆ, ਮਹਾਰਾਜ ਇਹ ਕੀ ਕਰਦੇ ਹੋ? ਤਾਂ ਹੁਕਮ ਕੀਤਾ, ਸਾਈਂ ਲੋਕਾ ਤੈਂ ਸਾਡੀ ਗੱਲ ਵਿੱਚੋਂ ਕੀ ਲੈਣਾ? ਤੈਨੂੰ ਕੀ, ਤੂੰ ਚੁੱਪ ਰਹੋ। ਤੀਜੇ ਦਿਨ ਦੁਪਹਿਰ ਸਮੇਂ 2 ਸਾਧੂ ਭਗਵੇਂ ਕੱਪੜਿਆਂ ਵਾਲੇ ਪਹਿਰੇਦਾਰ ਨੂੰ ਆ ਕੇ ਕਹਿਣ ਲੱਗੇ ਕਿ ਅਸੀਂ ਸੰਤਾਂ ਦੇ ਦਰਸ਼ਨ ਕਰਨੇ ਹਨ। ਉਪਰੰਤ ਪਹਿਰੇਦਾਰ ਨੇ ਬਾਬਾ ਜੀ ਕੋਲ ਬੇਨਤੀ ਕਰ ਦਿੱਤੀ ਕਿ ਮਹਾਰਾਜ 2 ਭਗਵੇਂ ਬਸਤਰਾਂ ਵਾਲੇ ਸਾਧੂ ਦਰਸ਼ਨ ਕਰਨਾ ਚਾਹੁੰਦੇ ਹਨ। ਬਾਬਾ ਜੀ ਨੇ ਹੁਕਮ ਕੀਤਾ ਕਿ ਉਹਨਾਂ ਸਾਧਾਂ ਨੂੰ ਅੰਨ ਪਾਣੀ ਛਕਾਓ, ਪਰ ਦਰਸ਼ਨ ਅਜੇ ਨਹੀਂ ਦੇਣੇ, ਇਹ ਉਹਨਾਂ ਨੂੰ ਵੀ ਦੱਸ ਦਿਓ। ਸੇਵਾਦਾਰ ਨੇ ਇਸ ਤਰ੍ਹਾਂ ਹੀ ਜਾ ਹੁਕਮ ਸੁਣਾਇਆ। ਉਪਰੰਤ ਸਾਧੂਆਂ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ। ਉਹਨਾਂ ਨੇ ਫਿਰ ਦਰਸ਼ਨ ਕਰਨ ਦੀ ਆਗਿਆ ਮੰਗੀ ਤਾਂ ਹੁਕਮ ਕੀਤਾ, ਅਜੇ ਤਾਂ ਅਸੀਂ ਤੁਹਾਡੇ ਨਾਲ ਦੇ ਵਾਸਤੇ ਰੋਟੀਆਂ ਢੋ ਰਹੇ ਹਾਂ, ਉਸ ਦੇ ਆਏ ਤੋਂ ਦਰਸ਼ਨ ਦਿਆਂਗੇ। ਉਹਨਾਂ ਸਾਧੂਆਂ ਨੂੰ ਉਸੇ ਸਮੇਂ ਹੀ ਹੁਕਮ ਕਰ ਦਿੱਤਾ। ਉਹ 2 ਜਣੇ 2 ਵੇਲੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਟਿੱਲੇ ਤੋਂ ਪਰੇ ਪਿੱਪਲ ਹੇਠ ਆਰਾਮ ਕਰਿਆ ਕਰਨ, ਅਜੇ ਜਾਣਾ ਨਹੀਂ। 2 ਦਿਨ ਹੋਰ ਲੰਘੇ। ਬਾਬਾ ਜੀ ਟਿੱਲੇ ਉੱਤੇ ਦਾਲ ਰੋਟੀ ਰਖਵਾਉਂਦੇ ਰਹੇ। ਇਸ ਤੋਂ ਉਪਰੰਤ ਤੀਸਰੇ ਦਿਨ ਇੱਕ ਵਾਰ ਅਚਾਨਕ ਹੀ ਬਾਬਾ ਜੀ ਆਪਣੇ ਆਸਣ ਤੋਂ 3 ਵਾਰ ਉੱਠੇ, ਥੋੜ੍ਹਾ ਚਿਰ ਖਲੋ ਕੇ ਬੈਠ ਜਾਂਦੇ ਰਹੇ। ਜਿਹੜੇ ਸੇਵਾਦਾਰ ਉਸ ਵੇਲੇ ਹਾਜ਼ਰ ਸਨ ਉਹ ਵੀ ਵੇਖਦੇ ਰਹੇ। ਉੱਠਣ ਸਮੇਂ ਮੁਖ ਤੋਂ ਹਰੇ ਬਚਨ ਕਰਕੇ ਬੈਠ ਜਾਣ। ਇੱਕ ਦਿਨ ਬਚਨ ਕੀਤਾ, ਅੱਜ ਇੱਕ ਭਗਤ ਆ ਰਿਹਾ ਹੈ, ਉਸ ਦੇ ਲਈ 3 ਮੇਲ ਦਾ ਪ੍ਰਸ਼ਾਦ ਬਣਾਓ। ਹੁਕਮ ਅਨੁਸਾਰ ਪ੍ਰਸ਼ਾਦ ਤਿਆਰ ਹੋ ਗਿਆ। ਕੁਝ ਸਮਾਂ ਬੀਤਿਆ। ਇੱਕ ਹੋਰ ਪੁਰਾਣੇ ਫਟੇ ਜਿਹੇ ਭਗਵੇਂ ਕੱਪੜੇ ਪਾਈ, ਇੱਕ ਮਸਤ ਜਿਹੀ ਹਾਲਤ ਵਿੱਚ ਸਾਧੂ ਪਹਿਰੇਦਾਰ ਰਾਹੀਂ ਹੁਕਮ ਲੈ ਕੇ ਅੰਦਰ ਆਇਆ, ਜਿਨ੍ਹਾਂ ਦੀ ਬਾਬਤ ਸਾਹਿਬ ਬਾਣੀ ਵਿੱਚ ਫਰਮਾਉਂਦੇ ਹਨ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹ ਲਗਾ ਰੱਬ ਸੇਤੀ ਦੇਖਨੇ ਵਿਚਾਰ। ਉਸ ਦੇ ਆਉਣ ਉਪਰੰਤ ਬਾਬਾ ਜੀ ਨੇ ਹੱਥ ਜੋੜ ਕੇ ਹਰੇ ਬਚਨ ਕੀਤਾ।
ਉਸ ਨੂੰ ਪਿਆਰ ਅਤੇ ਸਤਿਕਾਰ ਨਾਲ ਬਿਠਾ ਕੇ ਬੋਲੇ, ਕੇਸਰਾ, ਇਹ ਭਗਤ ਬਹੁਤ ਉੱਚੀ ਕਮਾਈ ਵਾਲਾ ਹੈ, ਇਸ ਨੂੰ ਕੀ ਦਈਏ? ਤਾਂ ਕੇਸਰ ਸਿੰਘ ਨੇ ਕਿਹਾ, ਜੀ ਇਸ ਨੂੰ ਅੱਗੇ ਹੀ ਬਹੁਤ ਕੁਝ ਮਿਲਿਆ ਹੈ, ਹੋਰ ਜੋ ਕੁਝ ਮੰਗਦਾ ਹੈ ਦੇ ਦਿਓ। ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ। ਫਿਰ ਉਸ ਦੀ ਅੰਦਰਲੀ ਤੇ ਬਾਹਰਲੀ ਸ਼ਰ੍ਹਾ ਕਰਵਾਈ। ਫਿਰ ਉਸ ਦੇ ਸਿਰ ਤੇ ਹੱਥ ਰੱਖ ਕੇ ਬਚਨ ਕੀਤਾ, ਬੋਲ ਰਾਮ ਰਾਮ। ਇਸ ਤਰ੍ਹਾਂ 101 ਵਾਰ ਰਾਮ ਰਾਮ ਕਹਾ ਕੇ ਫਿਰ ਬਚਨ ਕੀਤਾ, ਉਹ ਜੋ 2 ਸਾਧੂ ਪਹਿਲਾਂ ਆਏ ਹੋਏ ਹਨ ਉਹਨਾਂ ਨੂੰ ਹਾਜ਼ਰ ਕਰੋ। ਉਪਰੰਤ ਉਹ ਵੀ ਹਾਜ਼ਰ ਹੋਏ। ਫਿਰ ਉਹਨਾਂ ਨੂੰ ਹੁਕਮ ਕੀਤਾ, ਕਰੋ ਦਰਸ਼ਨ। ਉਹਨਾਂ ਨੇ ਵੀ ਨਮਸਕਾਰ ਕੀਤੀ। ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਤੁਸੀਂ ਪਹਿਲਾਂ ਤਾਂ ਇਸ ਨੂੰ ਨਾਲ ਲੈ ਕੇ ਤੁਰੇ ਤੇ ਫਿਰ ਰਾਹ ਦੇ ਵਿੱਚ ਹੀ ਛੱਡ ਤੁਰੇ। ਉਹਨਾਂ ਨੇ ਬਚਨ ਕਰੇ ਕਿ ਜੀ ਅਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਕੇ ਛੇਤੀ ਤੁਰ ਪੈਂਦੇ ਸੀ। ਇਹ ਬੈਠ ਕੇ ਭਜਨ ਕਰਦਾ ਉੱਠਦਾ ਹੀ ਨਹੀਂ ਸੀ। ਅਸੀਂ ਸੋਚਿਆ ਕਿ ਇੰਨਾ ਲੰਮਾ ਸਫ਼ਰ ਤੁਰ ਕੇ ਕਦੋਂ ਮੁੱਕੇਗਾ। ਅਸੀਂ ਇਸ ਨੂੰ ਛੱਡ ਕੇ ਤੁਰ ਆਏ। ਬਾਬਾ ਜੀ ਨੇ ਦੱਸਿਆ, ਜੇ ਤੁਸੀਂ ਇਸ ਨੂੰ ਛੱਡ ਤੁਰੇ ਤੇ ਰੋਟੀ ਓਨੇ ਦਿਨ ਇਸ ਨੂੰ ਅਸੀਂ ਪਹੁੰਚਾਉਂਦੇ ਰਹੇ। ਉਪਰੰਤ ਹੁਕਮ ਕੀਤਾ, ਇਹਨਾਂ ਨੂੰ ਸਾਡੇ ਆਸਣ ਤੋਂ ਬਾਹਰ ਕਰਕੇ ਬਿਠਾਓ ਤੇ ਪ੍ਰਸ਼ਾਦ ਛਕਾਓ। ਜਿਸ ਵਕਤ ਉਹ ਸਾਧੂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣ ਲੱਗੇ ਤਾਂ ਉਸ ਵੇਲੇ ਹੀ ਉਹਨਾਂ ਨੇ ਕੋਈ ਚਮਤਕਾਰ ਵੇਖਿਆ ਅਤੇ ਆਪਸ ਵਿੱਚ ਸ਼ੈਂਤ ਮਾਰੀ। ਪਰ ਤੀਸਰਾ ਸਾਧੂ ਮਸਤ ਹੀ ਬੈਠਾ ਰਿਹਾ, ਕੁਝ ਨਹੀਂ ਬੋਲਿਆ। ਪ੍ਰਸ਼ਾਦ ਛਕਣ ਉਪਰੰਤ ਤਿੰਨੇ ਹੀ ਉੱਠ ਬੈਠੇ ਅਤੇ ਸ੍ਰੀ ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚੇ। ਬਾਬਾ ਜੀ ਨੇ ਹੁਕਮ ਕੀਤਾ, ਇਹਨਾਂ ਦੋਹਾਂ ਦੇ ਆਸਣ ਅੱਗੇ ਵਾਲੀ ਥਾਂ ਉੱਤੇ ਤੇ ਜਿਹੜਾ ਅੱਜ ਆਇਆ ਹੈ ਇਸ ਦਾ ਆਸਣ ਕੋਠੀ ਦੇ ਬਰਾਂਡੇ ਵਿੱਚ ਕਰਾਓ। ਇਸ ਤਰ੍ਹਾਂ ਹੀ ਕੀਤਾ ਗਿਆ ਤੇ ਅਗਲੇ ਦਿਨ ਤਿੰਨਾਂ ਸਾਧੂਆਂ ਨੂੰ ਬੁਲਾ ਕੇ ਹੁਕਮ ਕੀਤਾ, ਹੁਣ ਤੁਸੀਂ ਜਾਓ, ਤੁਹਾਨੂੰ ਆਗਿਆ ਹੈ, ਜਾ ਸਕਦੇ ਹੋ। ਉਸ ਸਮੇਂ ਜਿਹੜਾ ਸਾਧੂ ਇਹਨਾਂ ਤੋਂ ਬਾਅਦ ਇਕੱਲਾ ਆਇਆ ਸੀ ਉਸ ਨੇ ਬਾਬਾ ਜੀ ਨੂੰ 2 ਵਾਰ ਨਮਸਕਾਰ ਕੀਤੀ। ਹਜ਼ੂਰ ਨੇ ਬਚਨ ਕੀਤਾ, ਸਾਨੂੰ ਗੁਪਤ ਰਹਿਣ ਦੇ, ਜੋ ਹੈ ਮਨ ਵਿੱਚ ਹੀ ਰੱਖ। ਉਪਰੰਤ ਹੁਕਮ ਹੋਇਆ, ਡਰੋਲੀ ਵਾਲੇ ਦੋਵੇਂ ਜੀ ਹਾਜ਼ਰ ਕਰੋ। ਹਾਜ਼ਰ ਹੋਣ ਤੇ ਹੁਕਮ ਕੀਤਾ, ਇਸ ਸਾਧੂ ਨੂੰ ਨਮਸਕਾਰ ਕਰੋ, ਨਾਮਦੇਵ ਵਾਲੀ ਅਵਸਥਾ ਦਾ ਮਾਲਕ ਹੈ ਇਹ। ਉਪਰੰਤ ਭਾਈ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਨੇ ਨਮਸਕਾਰ ਕੀਤੀ। ਬਚਨ ਕੀਤਾ, ਸ਼ੁੱਧ ਹੈ। ਉਪਰੰਤ ਇਹ ਤਿੰਨੇ ਸਾਧੂ ਵਿਦਾ ਕੀਤੇ। ਇਹ ਪ੍ਰਸੰਗ ਮਾਤਾ ਪਿਤਾ ਤੋਂ ਲੇਖਕ ਨੂੰ ਪ੍ਰਾਪਤ ਹੋਇਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।